ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਮਨਜੀਤ। ਪਿਛਲੀ ਵੀਡੀਓ ਵਿੱਚ ਆਪਾਂ ਵੈਸ ਬਾਰੇ ਗੱਲ ਕਰ ਚੁੱਕੇ ਹਾਂ ਅਤੇ ਵੈਸ ਦੇ ਜਿਹੜੀ ਆਪਾਂ ਵੈਲੂਏਸ਼ਨ ਕਰਵਾਉਣੇ ਆ ਵੈਸ ਤੋਂ ਉਹਦੇ ਬਾਰੇ ਮੈਂ ਸਾਰੀ ਡਿਟੇਲ 'ਚ ਤੁਹਾਨੂੰ ਜਾਣਕਾਰੀ ਦਿੱਤੀ ਆ। ਅਤੇ ਉਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਿਆ ਕਿ ਅਲੱਗ-ਅਲੱਗ ਯੂਨੀਵਰਸਿਟੀਆਂ ਤੋਂ ਆਪਾਂ ਆਪਦੀ ਕਿਵੇਂ ਟਰਾਂਸਕ੍ਰਿਪਟ ਲੈ ਸਕਦੇ ਹਾਂ। ਤਾਂ ਪਿਛਲੀ ਵੀਡੀਓ ਵਿੱਚ ਮੈਂ ਗੱਲ ਕੀਤੀ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ, ਅਤੇ ਅੱਜ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਜੇ ਤੁਸੀਂ PTU ਜਲੰਧਰ ਤੋਂ ਆਪਦੀ ਗ੍ਰੈਜੂਏਸ਼ਨ ਕੀਤੀ ਹੈ BCA BSc ਜਾਂ ਤੁਸੀਂ ਮਾਸਟਰ ਡਿਗਰੀ ਕੀਤੀ ਹੈ MBA MSc, ਦੈਨ ਤੁਸੀਂ ਕਿਵੇਂ ਔਨਲਾਈਨ PTU ਜਲੰਧਰ ਲਈ ਟਰਾਂਸਕ੍ਰਿਪਟ ਲਈ ਅਪਲਾਈ ਕਰ ਸਕਦੇ ਹੋ। ਇੱਥੇ ਜੀ ਮੈਂ ਤੁਹਾਨੂੰ ਇੱਕ ਇਹ ਗੱਲ ਮੈਂਸ਼ਨ ਕਰਨਾ ਚਾਹੁੰਦੀ ਹਾਂ ਕਿ ਜ਼ਿਆਦਾਤਰ ਕਈ ਵਾਰ ਬੱਚਿਆਂ ਦੀ ਕੀ ਪ੍ਰੋਬਲਮ ਆਉਂਦੀ ਹੈ ਕਿ ਯੂਨੀਵਰਸਿਟੀ ਨੂੰ ਜਦੋਂ ਉਹ ਟਰਾਂਸਕ੍ਰਿਪਟ ਲਈ ਕਹਿੰਦੇ ਨੇ ਤਾਂ ਯੂਨੀਵਰਸਿਟੀ ਖੁਦ ਟਰਾਂਸਕ੍ਰਿਪਟ ਉਹਨਾਂ ਦੇ ਘਰ ਭੇਜ ਦਿੰਦੀ ਆ, ਜੋ ਕਿ ਵੈਸ ਦੁਆਰਾ ਐਕਸੈਪਟ ਨਹੀਂ ਕੀਤੀ ਜਾਂਦੀ। ਇਸੇ ਲਈ ਤੁਸੀਂ ਪਲੀਜ਼ ਇਹ ਬਿਲਕੁਲ ਧਿਆਨ ਰੱਖਣਾ ਇਸ ਗੱਲ ਦਾ ਕਿ ਜੋ ਵੀ ਟਰਾਂਸਕ੍ਰਿਪਟ ਹੋਊਗੀ ਯੂਨੀਵਰਸਿਟੀ ਨੂੰ ਹੀ ਸਿੱਧੀ ਵੈਸ ਨੂੰ ਭੇਜਣੀ ਹੁੰਦੀ ਆ, ਨਾ ਕਿ ਤੁਹਾਡੇ ਘਰ ਆਉਣੀ ਹੁੰਦੀ ਆ, ਕਿਉਂਕਿ ਉਹਦੇ ਉੱਤੇ ਯੂਨੀਵਰਸਿਟੀ ਦੀ ਮੋਹਰ ਲੱਗਦੀ ਆ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ ਦੇ ਸਿਗਨੇਚਰ ਹੋਏ ਹੁੰਦੇ ਆ ਐਨਵਲਪ ਦੇ ਉੱਤੇ। ਠੀਕ ਹੈ ਜੀ, ਤਾਂ ਜਿਹੜੀ ਕਿ ਵੈਸ ਹੈ ਉਹ ਹੀ ਤੁਹਾਡੀ ਕੀ ਐਕਸੈਪਟ ਕਰੂਗੀ। ਇਸੇ ਲਈ ਯੂਨੀਵਰਸਿਟੀ ਨੂੰ ਹੀ ਕਹਿਣਾ ਚਾਹੀਦਾ ਤੁਹਾਨੂੰ ਕਿ ਤੁਹਾਡੀ ਜਿਹੜੀ ਟਰਾਂਸਕ੍ਰਿਪਟ ਸਿੱਧੀ ਯੂਨੀਵਰਸਿਟੀ ਹੀ ਵੈਸ ਨੂੰ ਭੇਜੇ। ਤਾਂ ਇਹਦੇ ਲਈ ਆਪਾਂ ਜੀ ਗੂਗਲ ਕ੍ਰੋਮ 'ਤੇ ਆ ਗਏ ਹਾਂ। ਇੱਥੇ ਆਪਾਂ ਜੀ ਟਾਈਪ ਕਰਾਂਗੇ ਸਪੋਰਟ PTU। ਠੀਕ ਹੈ ਜੀ, ਇਹਦੇ ਨਾਲ ਹੀ ਤੁਹਾਨੂੰ ਜਿਹੜੀ ਕਿ ਜਿੱਥੇ ਆਪਾਂ ਟਰਾਂਸਕ੍ਰਿਪਟ ਅਪਲਾਈ ਕਰ ਸਕਦੇ ਹਾਂ ਔਨਲਾਈਨ, ਉੱਥੇ ਤੁਸੀਂ ਪਹੁੰਚ ਜਾਓਗੇ। ਠੀਕ ਹੈ ਜੀ, ਫਸਟ 'ਤੇ ਆਪਣੇ ਕੋਲ ਸਾਈਟ ਖੁੱਲ੍ਹ ਕੇ ਆ ਗਈ ਹੈ support.pu.ac.in। ਇਸ ਦੇ ਉੱਤੇ ਤੁਸੀਂ ਕਲਿੱਕ ਕਰੋਗੇ। ਇੱਥੇ ਜੀ ਆਪਣੇ ਕੋਲ ਜਿਹੜੀ ਕੀ ਆ PTU ਜਲੰਧਰ ਯੂਨੀਵਰਸਿਟੀ, ਜੋ ਕਿ ਹੁਣ ਇਹਦਾ ਨਾਮ ਬਦਲ ਕੇ IK ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਰੱਖ ਦਿੱਤਾ ਗਿਆ, ਤੁਹਾਡੇ ਕੋਲ ਖੁੱਲ੍ਹ ਕੇ ਆ ਜੂਗੀ। ਠੀਕ ਹੈ ਜੀ, ਇਸ ਸਾਈਟ 'ਤੇ ਜਾ ਕੇ ਤੁਸੀਂ ਔਨਲਾਈਨ ਟਰਾਂਸਕ੍ਰਿਪਟ ਅਪਲਾਈ ਕਰ ਸਕਦੇ ਹੋ ਆਪਦੇ ਡਾਕੂਮੈਂਟ ਵੈਲੂਏਸ਼ਨ ਦੇ ਲਈ। ਠੀਕ ਹੈ ਜੀ, ਠੀਕ ਹੈ ਜੀ, ਇਹਦੇ ਵਿੱਚ ਉਹਨਾਂ ਨੇ ਇਹ ਦਿੱਤਾ ਹੋਇਆ ਹੈ ਫਿਲਿੰਗ ਆਫ ਡਾਕੂਮੈਂਟਸ ਡਿਟੇਲ ਐਂਡ ਰੀਚੈਕਿੰਗ ਆਫ ਅਪਲੋਡਡ ਡਾਕੂਮੈਂਟ ਐਜ਼ ਪਰ ਗਿਵਨ ਇੰਸਟਰਕਸ਼ਨ ਦੇ ਅਕੋਰਡਿੰਗ ਤੁਸੀਂ ਦੇ ਸਕਦੇ ਹੋ। ਇਹਨੂੰ ਜੀ ਤੁਸੀਂ ਖੋਲ੍ਹ ਕੇ ਦੇਖ ਸਕਦੇ ਹੋ। ਇਹਦੇ ਵਿੱਚ ਉਹਨਾਂ ਨੇ ਆਪਦੀਆਂ ਇੰਸਟਰਕਸ਼ਨਸ ਦਿੱਤੀਆਂ ਹੋਈਆਂ ਹੈ। ਠੀਕ ਹੈ ਜੀ, ਇਹਦੇ ਆਪਣੇ ਕੋਲ ਰਾਈਟ ਹੈਂਡ ਸਾਈਡ 'ਤੇ ਇੱਕ ਮੈਨੂ ਬਣਾ ਹੋਇਆ ਹੈ, ਇਹਦੇ 'ਤੇ ਆਪਾਂ ਕਲਿੱਕ ਕਰਾਂਗੇ। ਇਹਦੇ ਵਿੱਚ ਉਹਨਾਂ ਨੇ ਹੋਮ, ਹਾਊ ਟੂ ਅਪਲਾਈ ਗਾਈਡਲਾਈਨਸ ਅਤੇ ਲੌਗਇਨ ਅਤੇ ਸਾਈਨ ਅਪ ਅਤੇ ਕੰਟੈਕਟ ਅਸ ਜਿਹੜੇ ਬਟਨ ਦਿੱਤੇ ਹੋਏ ਆ, ਇਹਨਾਂ 'ਤੇ ਤੁਸੀਂ ਜਾਓਗੇ ਅਤੇ ਈਜ਼ੀਲੀ ਔਨਲਾਈਨ ਅਪਲਾਈ ਖੁਦ ਕਰ ਸਕਦੇ ਹੋ ਯੂਨੀਵਰਸਿਟੀ ਵਿਜ਼ਿਟ ਕਰਨ ਤੋਂ ਬਿਨਾਂ। ਵੈਸੇ ਜੀ ਜੇ ਤੁਸੀਂ ਔਨਲਾਈਨ ਅਪਲਾਈ ਕਰਨ ਵਿੱਚ ਨਹੀਂ ਇੰਟਰਸਟਡ ਹੋ ਤਾਂ ਤੁਸੀਂ ਮੈਨੂਅਲ ਜਾ ਕੇ ਵੀ ਯੂਨੀਵਰਸਿਟੀ ਆਪਦੀ ਟਰਾਂਸਕ੍ਰਿਪਟ ਲਈ ਅਪਲਾਈ ਕਰ ਸਕਦੇ ਹੋ। ਬਟ ਅੱਜ ਕੱਲ੍ਹ COVID-19 ਕਰਕੇ ਇਹ ਬੈਸਟ ਵੇ ਆ, ਅਤੇ ਯੂਨੀਵਰਸਿਟੀ ਵੀ ਰਿਕਮੈਂਡ ਕਰਦੀ ਹੈ ਕਿ ਤੁਸੀਂ ਔਨਲਾਈਨ ਹੀ ਟਰਾਂਸਕ੍ਰਿਪਟ ਅਪਲਾਈ ਕਰੋ। ਠੀਕ ਹੈ ਜੀ, ਆਪਾਂ ਇਹਦੇ ਉੱਤੇ ਸਭ ਤੋਂ ਪਹਿਲਾਂ ਆਪਾਂ ਇਹਦੀ ਗਾਈਡਲਾਈਨਸ ਦੇਖ ਲੈਂਦੇ ਹਾਂ। ਠੀਕ ਹੈ ਜੀ, ਆਪਣੇ ਕੋਲ ਇਹ ਗਾਈਡਲਾਈਨਸ ਖੁੱਲ੍ਹ ਕੇ ਆ ਗਈਆਂ ਫॉर ਰਿਕੁਐਸਟ ਫॉर ਦਾ ਸਰਟੀਫਿਕੇਟ ਟੂ ਬੀ ਇਸ਼ੂਡ ਔਰ ਡਾਕੂਮੈਂਟ ਰਿਕੁਆਇਰਡ। ਕਿਹੜੇ ਕਿਹੜੇ ਡਾਕੂਮੈਂਟਸ ਦੀ ਰਿਕੁਆਇਰਮੈਂਟ ਹੋਊਗੀ ਜੀ, ਅਤੇ ਤੁਹਾਨੂੰ ਕਿਵੇਂ ਕਿਵੇਂ ਤੁਸੀਂ ਅਪਲਾਈ ਕਰ ਸਕਦੇ ਹੋ। ਫਸਟ ਆਫ ਆਲ ਆਪਣੇ ਕੋਲ ਇਹ ਹੈਗਾ ਜੀ ਅਪਲਾਈਂਗ ਟਰਾਂਸਕ੍ਰਿਪਟ ਲਈ। ਜੇ ਤੁਸੀਂ ਅਪਲਾਈ ਕਰਨਾ ਤਾਂ ਤੁਸੀਂ ਵੈਸ ਲਈ ਜੇ ਤੁਸੀਂ ਕਰਵਾ ਰਹੇ ਹੋ, ਜਾਂ ਕਿਸੇ ਵੀ 7 ਆਰਗੇਨਾਈਜੇਸ਼ਨਸ ਨੇ ਕਿਸੇ ਲਈ ਤੁਸੀਂ ਟਰਾਂਸਕ੍ਰਿਪਟ ਲੈਣੀ ਆ, ਤਾਂ ਤੁਸੀਂ ਫਸਟ ਵਾਲੇ ਕਾਲਮ 'ਤੇ ਜਾਓਗੇ। ਠੀਕ ਹੈ ਜੀ, ਦੈਨ ਤੁਹਾਨੂੰ ਓਰੀਜਨਲ ਡਾਕੂਮੈਂਟ ਜਾਂ ਡੁਪਲੀਕੇਟ ਜਾਂ ਅਕੈਡਮਿਕ ਸਰਟੀਫਿਕੇਟ ਦੀ ਲੋੜ ਹੈ, ਤਾਂ ਅਲੱਗ-ਅਲੱਗ ਤਰ੍ਹਾਂ ਦੇ ਇਹਨਾਂ ਨੇ ਦਿੱਤੇ ਹੋਏ ਆ। ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਲਿੰਕ 'ਤੇ ਜਾ ਕੇ ਕਲਿੱਕ ਕਰ ਸਕਦੇ ਹੋ। ਆਪਾਂ ਨੂੰ ਹੈਗੀ ਹੈ ਜੀ ਇਸ ਦੇ ਲਈ ਲੋੜ ਅਪਲਾਈਂਗ ਟਰਾਂਸਕ੍ਰਿਪਟ ਫॉर ਅਟੈਸਟੇਸ਼ਨ ਆਫ ਡਾਕੂਮੈਂਟਸ ਵੈਸ ਦੇ ਲਈ। ਠੀਕ ਹੈ ਜੀ, ਤਾਂ ਆਪਾਂ ਇਹਦੇ ਲਈ ਦੇਖਾਂਗੇ ਆਪਾਂ ਨੂੰ ਕਿਸ ਕਿਸ ਚੀਜ਼ ਦੀ ਰਿਕੁਆਇਰਮੈਂਟ ਆਪਣੇ ਕੋਲ ਖੁੱਲ੍ਹ ਕੇ ਆ ਗਿਆ ਜੀ। ਤੁਸੀਂ ਹਰ ਇੱਕ ਡਿਗਰੀ ਦੀ ਆਪਦੀ ਕਾਪੀ ਜੀ ਸਰਟੀਫਿਕੇਟ ਲਾਓਗੇ। ਠੀਕ ਹੈ ਜੀ, ਉਹਦੀ ਅਤੇ ਆਪਦਾ ID ਪ੍ਰੂਫ ਲਾਓਗੇ ਅਤੇ ਔਰ DMC ਲਾਓਗੇ। ਇਹਨਾਂ ਦੀ ਫੀਸ ਹੈ ਜੀ ਪਰ ਡਾਕੂਮੈਂਟ 600 ਰੁਪੀਸ ਹੈ ਜੀ ਟਰਾਂਸਕ੍ਰਿਪਟ ਪਰ ਕਾਪੀ। ਜੇ ਤੁਸੀਂ ਇੱਕ ਟਰਾਂਸਕ੍ਰਿਪਟ ਲੈਣੀ ਆ ਤਾਂ 200। ਹਰ ਇੱਕ ਜਿੰਨੀਆਂ ਟਰਾਂਸਕ੍ਰਿਪਟ ਹੋਣੀਆਂ ਅਲੱਗ-ਅਲੱਗ ਟਰਾਂਸਕ੍ਰਿਪਟ ਦੀ ਫੀਸ ਹੈਗੀ ਹੈ ਜੀ। ਪੋਸਟਲ ਚਾਰਜਸ ਵੀ ਹੈਗੇ ਜੀ ਇਹਦੇ। ਟਰਾਂਸਕ੍ਰਿਪਟ ਲਈ 1500 ਆ ਜੀ, ਜਿਹੜਾ ਇਹ ਕੋਰੀਅਰ ਸਿੱਧਾ ਆਊਟ ਆਫ ਇੰਡੀਆ, ਜਿਵੇਂ ਵੈਸ ਨੂੰ ਇਹ ਸਿੱਧਾ ਭੇਜਦੇ ਆ ਤਾਂ ਉਹਦਾ 1500 ਰੁਪਏ ਲੈਂਦੇ ਆ। ਡਾਕੂਮੈਂਟ ਡਿਲੀਵਰੀ ਜੀ 15 ਵਰਕਿੰਗ ਡੇ ਫਰੋਮ ਦਾ ਰਿਸੈਪਟ ਔਨਲਾਈਨ ਰਿਕੁਐਸਟ ਦੇ ਅੰਡਰ ਇਹ ਤੁਹਾਡਾ ਕਰ ਦਿੰਦੇ ਆ, 15 ਦਿਨ ਲੈਂਦੇ ਆ। ਠੀਕ ਹੈ ਜੀ,
ਨੈਕਸਟ ਵੀ ਇਹਨਾਂ ਨੇ ਇਹੀ ਦੱਸਿਆ ਹੋਇਆ ਹੈ, ਜੇ ਤੁਸੀਂ ਅਟੈਸਟੇਸ਼ਨ ਕਰਵਾਉਣੇ ਆ ਅਕੈਡਮਿਕ ਰਿਕੁਐਸਟ ਦੇ ਲਈ ਤੇ ਇਹ ਅਲੱਗ-ਅਲੱਗ ਹੈ। ਆਪਾਂ ਸਿਰਫ ਵੈਸਟ ਦੇ ਲਈ ਹੀ ਜਾਣਨਾ ਸੀਗਾ, ਇਸ ਲਈ ਆਪਾਂ ਉਹਨੂੰ ਫਸਟ ਵਾਲੀ ਹੀ ਜਿਹੜੀ ਫੀਸ ਹੈ ਜਾਂ ਫਸਟ ਵਾਲਾ ਪ੍ਰੋਸੀਜਰ ਹੀ ਆਪਾਂ ਇੰਪਲੀਮੈਂਟ ਜਾਂ ਫੋਲੋ ਕਰਾਂਗੇ। ਓਕੇ ਜੀ, ਹੁਣ ਆਪਾਂ ਜੀ ਅਲੱਗ ਨੀਚੇ ਇਹਨਾਂ ਨੇ ਹੋਰ ਦਿੱਤੇ ਹੋਏ ਆ, ਇਹਦੇ ਅਕੋਰਡਿੰਗ ਤੁਸੀਂ ਕਰ ਸਕਦੇ ਹੋ। ਠੀਕ ਹੈ ਜੀ, ਇਹਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਮੈਂਸ਼ਨ ਕਰ ਦੇਵਾਂ ਜੀ, ਤੁਹਾਨੂੰ ਆਪਦਾ ਰੈਫਰੈਂਸ ਨੰਬਰ ਜੋ ਵੈਸਟ ਦੇ ਦੁਆਰਾ ਜੋ ਤੁਸੀਂ ਵੈਲਿਡ 'ਤੇ ਮੈਂ ਵਾਰ-ਵਾਰ ਇਹ ਸਾਰੀ ਆਪਦੀ ਵੀਡੀਓ ਵਿੱਚ ਮੈਂਸ਼ਨ ਕਰਦੀ ਹਾਂ ਕਿ ਜੋ ਵੈਸਟ ਦੀ ਸਾਈਟ 'ਤੇ ਜਦੋਂ ਤੁਸੀਂ ਆਪਦਾ ਫੋਰਮ ਫਿਲ ਕਰਦੇ ਹੋ ਤਾਂ ਜਿਹੜਾ ਤੁਹਾਡਾ ਉੱਥੇ ਰੈਫਰੈਂਸ ਨੰਬਰ ਆਉਂਦਾ ਉਹ ਤੁਸੀਂ ਜ਼ਰੂਰ ਜੀ ਸਾਰੇ ਡਾਕੂਮੈਂਟ 'ਤੇ ਲਿਖਣਾ ਹੁੰਦਾ, ਅਤੇ ਇੱਕ ਫੋਰਮ ਨਿਕਲਦਾ, ਉਹ ਫੋਰਮ ਭਰ ਕੇ ਹੀ ਤੁਸੀਂ ਸਾਰੀ ਯੂਨੀਵਰਸਿਟੀ ਵਿੱਚ ਜਾਓਗੇ। ਠੀਕ ਹੈ ਜੀ, ਆਪਦੇ ਓਰੀਜਨਲ ਡਾਕੂਮੈਂਟ ਅਤੇ ਕਈ ਯੂਨੀਵਰਸਿਟੀਆਂ ਪਾਸਪੋਰਟ ਦੀ ਵੀ ਤੁਹਾਡੀ ਲੋੜ ਪੈਂਦੀ ਹੈ, ਇਸ ਲਈ ਆਪਦੇ ਪਾਸਪੋਰਟ ਵੀ ਨਾਲ ਲੈ ਜਾਓ, ਇੱਕ ਉਹਦੀ ਫੋਟੋ ਕਾਪੀ। ਠੀਕ ਹੈ ਜੀ, ਹੁਣ ਆਪਾਂ ਇੱਥੇ ਦੇਖਾਂਗੇ ਕਿ ਆਪਾਂ ਅਪਲਾਈ ਕਿਵੇਂ ਕਰ ਸਕਦੇ ਹੋ। ਠੀਕ ਹੈ ਜੀ, ਇਹਦੇ ਲਈ ਵੈਸੇ ਜੇ ਤਾਂ ਤੁਸੀਂ ਫਸਟ ਟਾਈਮ ਇਸ ਸਾਈਟ 'ਤੇ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਤੁਹਾਨੂੰ ਲੌਗਇਨ ਕਰਨਾ ਪਊਗਾ, ਨਿਊ ਰਜਿਸਟ੍ਰੇਸ਼ਨ ਕਰਨੀ ਪਊਗੀ। ਅਦਰਵਾਈਜ਼ ਤੁਸੀਂ ਆਪਦਾ ਤੁਹਾਨੂੰ ਇੱਕ ਪਾਸਵਰਡ ਅਤੇ ਯੂਜ਼ਰ ਨੇਮ ਇਸ਼ੂ ਹੋ ਜਾਊਗਾ, ਉਹਦੇ ਅਕੋਰਡਿੰਗ ਥਰੂ ਤੁਸੀਂ ਦੁਬਾਰਾ ਇਸ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ। ਠੀਕ ਹੈ ਜੀ, ਫਸਟ ਆਫ ਆਲ ਇੱਥੇ ਵਿੱਚ ਸਾਰਿਆਂ ਨੂੰ ਇਹ ਦੇਖਣ ਦੀ ਲੋੜ ਹੈ ਕਿ ਆਪਾਂ ਅਪਲਾਈ ਕਿਵੇਂ ਕਰ ਸਕਦੇ ਹਾਂ, ਅਤੇ ਹਾਊ ਟੂ ਅਪਲਾਈ 'ਤੇ ਆਪਾਂ ਜਾ ਕੇ ਕਲਿੱਕ ਕਰਾਂਗੇ। ਇਹਦੇ ਵਿੱਚ ਜੀ ਇਹਨਾਂ ਨੇ ਸਾਰਾ ਪ੍ਰੋਸੀਜਰ ਦੱਸਿਆ ਹੋਇਆ ਕਿ ਆਪਾਂ ਕਿਵੇਂ ਅਪਲਾਈ ਕਰਨਾ ਹੈ, ਔਨਲਾਈਨ ਮੋਡ ਕਿਵੇਂ ਕਰ ਸਕਦੇ ਹਾਂ ਅਤੇ ਔਫਲਾਈਨ ਮੋਡ ਕਿਵੇਂ ਕਰ ਸਕਦੇ ਹਾਂ। ਠੀਕ ਹੈ ਜੀ, ਤੁਸੀਂ PTU ਜਲੰਧਰ ਤੋਂ ਔਨਲਾਈਨ ਟਰਾਂਸਕ੍ਰਿਪਟ ਲਈ ਅਪਲਾਈ ਕਰਨ ਦੇ ਲਈ ਜਿਹੜੀ ਆ ਸਾਈਟ ਲਿਖ ਲਓ ਜੀ, support.ptu.ac.in ਵਾਲੀ ਸਾਈਟ ਹੈ ਜੀ, ਉਹਦੇ 'ਤੇ ਜਾ ਕੇ ਤੁਸੀਂ ਲੌਗਇਨ ਕਰ ਸਕਦੇ ਹੋ। ਅਤੇ ਔਫਲਾਈਨ ਮੋਡ ਵੀ ਇਹਦਾ ਅਵੇਲੇਬਲ ਹੈ ਜੀ, ਤੁਸੀਂ ਔਫਲਾਈਨ ਮੋਡ ਦੇ ਥਰੂ ਵੀ ਜਾ ਸਕਦੇ ਹੋ। ਜੇ ਤੁਸੀਂ ਔਫਲਾਈਨ ਮੋਡ ਦੇ ਥਰੂ ਜਾਂਦੇ ਹੋ ਤਾਂ ਤੁਸੀਂ ਇੱਥੇ ਦਿੱਤੇ ਹੋਈ ਗਾਈਡਲਾਈਨਸ ਨੂੰ ਫੋਲੋ ਕਰੋਗੇ। ਠੀਕ ਹੈ ਜੀ, ਇਹਦੇ ਲਈ ਵੀ ਅਲੱਗ ਪ੍ਰੋਸੈਸ ਆ, ਬਟ ਅੱਜ ਆਪਾਂ ਸਪੈਸ਼ਲੀ ਜਿਹੜੀ ਗੱਲ ਕਰ ਲੈਂਦੇ ਹਾਂ ਔਨਲਾਈਨ ਮੋਡ ਦੀ ਹੀ ਕਰ ਰਹੇ ਹਾਂ, ਤਾਂ ਆਪਾਂ ਔਨਲਾਈਨ ਮੋਡ ਦੇ ਲਈ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਕਿਵੇਂ ਵਰਕ ਕਰੂਗਾ। ਫਸਟ ਆਫ ਆਲ ਆਪਾਂ ਔਨਲਾਈਨ ਮੋਡ 'ਤੇ ਕਲਿੱਕ ਹੇਅਰ ਕਰਾਂਗੇ। ਠੀਕ ਹੈ ਜੀ, ਇਹਦੇ ਸਾਰੇ ਸਕਰੀਨਸ਼ਾਟ ਲਏ ਹੋਏ ਆ, ਆਪਾਂ ਤੁਹਾਨੂੰ ਉਹਨੂੰ ਹੀ ਡਿਫਾਈਨ ਕਰਾਂਗੇ ਕਿ ਕਿਵੇਂ ਆਪਾਂ ਇਹਦੇ ਥਰੂ ਜਾ ਸਕਦੇ ਹਾਂ, ਕਿਵੇਂ ਆਪਾਂ ਆਪਦੀ ਡਾਕੂਮੈਂਟੇਸ਼ਨ ਕਰਵਾ ਸਕਦੇ ਹਾਂ। ਠੀਕ ਹੈ ਜੀ, ਤੁਸੀਂ ਆਪਦੇ ਯੂਜ਼ਰ ਨੇਮ ਅਤੇ ਪਾਸਵਰਡ ID ਦੇ ਨਾਲ ਆਹ ਵਾਲੇ ਸਟੈਪ ਫੋਲੋ ਕਰੋਗੇ, ਉਹ ਇਹਦੇ ਲਈ ਤੁਹਾਨੂੰ ਆਪਦੀ ਰਜਿਸਟ੍ਰੇਸ਼ਨ ਜ਼ਰੂਰ ਕਰਨੀ ਪਊਗੀ ਇੱਥੇ। ਠੀਕ ਹੈ ਜੀ, ਆਪਾਂ ਹੁਣ ਜਾ ਰਹੇ ਹਾਂ ਜੀ, ਇਹ ਦੱਸਣਗੇ ਆਪਾਂ ਕਿਵੇਂ ਔਨਲਾਈਨ ਕਰ ਸਕਦੇ ਹਾਂ। ਫਸਟ ਆਫ ਆਲ ਜੀ, ਜੇ ਤੁਸੀਂ ਨਿਊ ਯੂਜ਼ਰ ਹੋ ਤਾਂ ਤੁਸੀਂ ਸਾਈਨ ਅਪ 'ਤੇ ਜਾਓਗੇ ਜੀ। ਠੀਕ ਹੈ, ਸਾਈਨ ਅਪ 'ਤੇ ਜਾ ਕੇ ਤੁਸੀਂ ਆਪਦਾ ਕ੍ਰੀਏਟ ਅਕਾਊਂਟ ਕਰੋਗੇ ਉੱਥੇ, ਅਤੇ ਤੁਹਾਨੂੰ ਉੱਥੇ ਜਦੋਂ ਤੁਸੀਂ ਆਪਦਾ ਫ਼ੋਨ ਨੰਬਰ ਭਰੋਗੇ ਤਾਂ ਤੁਹਾਨੂੰ ਇੱਕ OTP ਆ ਜਾਊਗਾ, ਉਹ OTP ਤੁਸੀਂ ਭਰ ਕੇ ਅਤੇ ਆਪਦੀ ਈਮੇਲ ID ਦੇ ਨਾਲ ਉਹ ਤੁਹਾਡਾ ਵੈਰੀਫਾਈ ਕਰ ਦੇਣਗੇ। ਠੀਕ ਹੈ ਜੀ, ਥਰਡ ਸਟੈਪ ਹੈ ਜੀ, ਤੁਸੀਂ ਆਪਦੇ ਸਟੂਡੈਂਟ ਪੋਰਟਲ 'ਤੇ ਚਲੇ ਜਾਓਗੇ, ਉੱਥੇ ਤੁਹਾਨੂੰ ਆਪਦਾ ਇੱਕ ਪਾਸਵਰਡ ਰੱਖਣਾ ਹੋਊਗਾ। ਠੀਕ ਹੈ ਜੀ, ਉਹ ਪਾਸਵਰਡ ਰੱਖ ਕੇ ਤੁਸੀਂ ਅਤੇ ਉਹਦੇ ਲਈ ਅਵੇਲੇਬਲ ਤੁਹਾਡੇ ਲਈ ਸਾਰਾ ਕੁਛ ਅਵੇਲੇਬਲ ਹੋ ਜਾਏਗਾ, ਉੱਥੇ ਤੁਸੀਂ ਆਪਦੀ ਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ। ਜੇ ਤੁਸੀਂ ਪਾਸਵਰਡ ਭੁੱਲ ਜਾਂਦੇ ਹੋ ਤਾਂ ਫੋਰਗੇਟ ਪਾਸਵਰਡ ਦੀ ਵੀ ਆਪਸ਼ਨ ਹੈ ਇੱਥੇ, ਜੋ ਕਿ ਵਧੀਆ ਕੰਮ ਕਰਦੀ ਆ। ਇਹ ਵੀ ਇੱਕ ਬੈਸਟ ਆਪਸ਼ਨ ਹੈ ਟੂ ਕ੍ਰੀਏਟ ਅ ਸਾਈਨ ਅਪ ਦਿਓਰ। ਉਸ ਤੋਂ ਬਾਅਦ ਜੀ ਤੁਸੀਂ ਜਦੋਂ ਤੁਹਾਡੇ ਸਾਈਨ ਅਪ ਹੋ ਜਾਂਦਾ, ਜਦੋਂ ਤੁਹਾਨੂੰ ਉਹਦੀ ਯੂਜ਼ਰ ID ਐਂਡ ਪਾਸਵਰਡ ਮਿਲ ਜਾਂਦਾ, ਉਸ ਤੋਂ ਬਾਅਦ ਤੁਸੀਂ PTU ਜਲੰਧਰ ਦੇ ਡੈਸ਼ਬੋਰਡ 'ਤੇ ਸਾਈਡ 'ਤੇ ਜਾ ਸਕਦੇ ਹੋ। ਇੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਯੂ ਆਰ ਨਿਊ ਯੂਜ਼ਰ ਇਨ ਦਾ ਪੋਰਟਲ, ਸੋ ਫਸਟ ਆਫ ਆਲ ਕ੍ਰੀਏਟ ਪ੍ਰੋਫਾਈਲ, ਆਪਣਾ ਆਪਦੀ ਇੱਕ ਪ੍ਰੋਫਾਈਲ ਕ੍ਰੀਏਟ ਕਰਨੀ ਹੋਊਗੀ ਜੀ। ਇਹਦੇ ਵਿੱਚ ਤੁਸੀਂ ਆਪਦਾ ਰੋਲ ਨੰਬਰ, ਤੁਸੀਂ ਰੈਗੂਲਰ ਸਟੂਡੈਂਟ ਹੋ ਜਾਂ ਤੁਸੀਂ ਡਿਸਟੈਂਸ ਲਰਨਿੰਗ ਹੋ ਤਾਂ ਉੱਥੇ ਤੁਹਾਨੂੰ ਉਹ ਦੱਸਣਾ ਪਊਗਾ ਜੀ। ਜਿਵੇਂ ਜਿਵੇਂ ਉਹ ਤੁਹਾਡੇ ਤੋਂ ਇਨਫੋਰਮੇਸ਼ਨ ਮੰਗਣਗੇ ਸਾਰੀ ਤੁਹਾਨੂੰ ਦੱਸਣੀ ਪਊਗੀ ਕਿ ਫਰੋਮ ਬੈਚ ਟੂ ਬੈਚ ਕਿੰਨੇ ਤੋਂ ਕਿੰਨੇ ਤੁਸੀਂ ਸਟੱਡੀ ਕੀਤੀ ਹੈ, ਕਿੰਨੀ ਵਾਰ ਕੀਤੀ ਹੈ, 1 ਈਅਰ 2 ਈਅਰ। ਠੀਕ ਹੈ ਜੀ, ਉਸ ਤੋਂ ਬਾਅਦ ਤੁਸੀਂ ਆਪਦੀ ਡਿਟੇਲ ਸਾਰੀ ਭਰੋਗੇ। ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਤੁਸੀਂ ਕਿਹੜੀ ਡਿਗਰੀ ਹੈ ਤੁਹਾਡੀ ਜੀ, ਅਪਲਾਈਂਗ ਕਾਹਦੇ ਲਈ ਕਰ ਰਹੇ ਹੋ, ਤੁਸੀਂ ਵੈਸ ਲਈ ਕਰ ਰਹੇ ਹੋ ਜਾਂ ਵੈਸ ਲਈ ਕਿਸ ਏਜੰਸੀ ਲਈ ਕਰ ਰਹੇ ਹੋ। ਠੀਕ ਹੈ ਜੀ, ਉਸ ਤੋਂ ਬਾਅਦ ਤੁਸੀਂ ਆਪਦੀ ਰਿਕੁਐਸਟ ਫੋਰਮ ਦੇ ਲਈ ਉਹ ਤੁਹਾਨੂੰ ਦੱਸਣਗੇ ਜੀ। ਟਰਾਂਸਕ੍ਰਿਪਟ ਤੁਸੀਂ ਅਕੈਡਮਿਕ ਰਿਕੁਐਸਟ ਫੋਰਮ ਦੇ ਨਾਲ ਲੈਣਾ ਜੀ। ਉਸ ਤੋਂ ਬਾਅਦ ਫੋਰਨ ਦੇ ਲਈ ਤੁਸੀਂ ਕਿੱਥੇ ਭੇਜਣੀ ਆ, ਆਊਟ ਆਫ ਇੰਡੀਆ ਦੱਸ ਕੇ ਤੁਸੀਂ ਵੈਸ ਕਨੇਡਾ ਦੇ ਰੈਫਰੈਂਸ ਨੰਬਰ ਜੀ ਜਿਹੜਾ ਤੁਹਾਨੂੰ ਉਹ ਦੇਣਗੇ, ਜਿਵੇਂ ਕਿ ਇੱਥੇ ਹੀ ਦਿੱਤਾ ਹੋਇਆ ਰੈਫਰੈਂਸ ਨੰਬਰ 1 2 3, ਇਵੇਂ ਤੁਹਾਨੂੰ ਰੈਫਰੈਂਸ ਨੰਬਰ ਹੋਊਗਾ ਉਹ ਲਿਖਣਾ ਹੈ। ਠੀਕ ਹੈ, ਉਸ
ਉਸ ਤੋਂ ਬਾਅਦ ਜੀ ਤੁਸੀਂ ਸਟੈਪ ਨੰਬਰ 3 ਫੋਲੋ ਕਰਨਾ। ਇਹਦੇ ਵਿੱਚ ਕੀ ਕਰਨਾ ਜੀ, ਇਹਦੇ ਵਿੱਚ ਤੁਸੀਂ ਆਪਣੇ ਸਾਰੇ ਡਾਕੂਮੈਂਟਸ ਅਪਲੋਡ ਕਰਨੇ ਆ ਜੀ। ਇੱਕ ਗੱਲ ਦਾ ਬਿਲਕੁਲ ਧਿਆਨ ਰੱਖਿਓ ਕਿ ਜਿਹੜੇ ਤੁਹਾਡੇ ਡਾਕੂਮੈਂਟਸ ਤੁਸੀਂ ਅਪਲੋਡ ਕਰਨੇ ਹੋ ਉਹ ਸਹੀ ਫਾਰਮੈਟ ਦੇ ਵਿੱਚ ਕਰਨੇ ਆ, ਠੀਕ ਹੈ ਜੀ। ਇੱਥੇ ਜਾ ਕੇ ਤੁਸੀਂ ਆਪਣੇ ਡਾਕੂਮੈਂਟਸ ਜਿਹੜੇ ਅਪਲੋਡ ਕੀਤੇ ਉਹਨਾਂ ਦਾ ਵਿਊ ਚੈੱਕ ਕਰ ਸਕਦੇ ਹੋ। ਇੱਥੇ ਚੂਜ਼ ਫਾਈਲ ਕਰ ਸਕਦੇ ਹੋ, ਠੀਕ ਹੈ ਜੀ। ਮਾਰਕਸ ਕਿੰਨੇ obtain ਕੀਤੇ ਆ, ਟੋਟਲ ਮਾਰਕਸ ਕਿੰਨੇ ਆ, ਸਾਰੀ ਤੁਸੀਂ ਜਿਹੜੀ ਆ ਫਿਲ ਕਰਨੀ ਹੋਊਗੀ। ਇਹ ਬਿਲਕੁਲ ਧਿਆਨ ਨਾਲ ਫਿਲ ਕਰਨੀ ਹੈ ਜੀ। ਅਤੇ ਜਦੋਂ ਤੁਸੀਂ ਉੱਥੇ ਜਾਓਗੇ ਤਾਂ ਇਹਨਾਂ ਨੇ ਸਟੈਪ ਨੰਬਰ ਡੀ 'ਚ ਲਿਖਿਆ ਹੈ ਕਿ ਵੈਸ ਫੋਰਮ ਮਸਟ ਬੀ ਫਿਲਡ ਬਾਈ ਹੈਂਡ ਆਫਟਰ ਦੈਟ ਇਟ ਹੈਜ਼ ਬੀਨ ਸਕੈਨਡ ਐਂਡ ਅਪਲੋਡਡ, ਠੀਕ ਹੈ ਜੀ। ਇਹ ਇਹਨਾਂ ਨੇ ਮਸਟ ਆ ਜੋ ਇਹਨਾਂ ਨੇ ਹਾਈਲਾਈਟ ਕੀਤਾ ਹੋਇਆ, ਇਹ ਤੁਹਾਨੂੰ ਫੋਲੋ ਕਰਨਾ ਪਊਗਾ। ਆਪਦੀ ਚੰਗੀ ਤਰ੍ਹਾਂ ਤੁਸੀਂ ਚੈੱਕ ਕਰੋਗੇ ਅਤੇ ਰੈਫਰੈਂਸ ਨੰਬਰ ਤੁਸੀਂ ਆਪਦਾ ਜ਼ਰੂਰ ਨਾਲ ਲੈ ਕੇ ਜਾਣਾ ਜੇ ਤੁਸੀਂ ਯੂਨੀਵਰਸਿਟੀ ਵਿਜ਼ਿਟ ਕਰ ਰਹੇ ਹੋ, ਠੀਕ ਹੈ ਜੀ। ਕਈ ਵਾਰ ਯੂਨੀਵਰਸਿਟੀ ਵੱਲੋਂ ਡਿਲੇ ਵੀ ਹੋ ਜਾਂਦਾ, ਜਿਵੇਂ ਤੁਸੀਂ ਫੀਸ ਵੀ ਪੇਮੈਂਟ ਕਰ ਦਿੱਤੀ ਆ ਤਾਂ ਉਹ ਤੁਹਾਡੇ ਇੱਕ ਹੀ ਮੈਸੇਜ ਦਿਖਾ ਰਹੀ ਹੁੰਦੀ ਆ ਨੀਚੇ ਸਟੇਟਸ ਬਾਰ 'ਚ ਕਿ ਯੋਰ ਵਰਕ ਇਜ਼ ਅੰਡਰ ਪ੍ਰੋਸੈਸ, ਯੋਰ ਵਰਕ ਇਜ਼ ਅੰਡਰ ਪ੍ਰੋਸੈਸ। ਦੈਨ ਇਫ ਯੂ ਹੈਵ ਐਨੀ ਡਾਊਟ ਦੈਨ ਯੂ ਕੈਨ ਡਾਇਰੈਕਟ ਕਾਲ ਟੂ PTU, ਓਕੇ, ਦੇ ਵਿਲ ਆਨਸਰ ਯੋਰ ਕਾਲ ਐਂਡ ਸਾਰੀ ਉਹ ਤੁਹਾਨੂੰ ਇਨਫੋਰਮੇਸ਼ਨ ਦੱਸਣਗੇ ਕਿ ਕਿਉਂ ਹੈ, ਠੀਕ ਹੈ ਜੀ। ਇੱਥੇ ਉਹਨਾਂ ਨੇ ਕਰੈਕਟ ਲੇਆਊਟ ਦੱਸਿਆ ਕਿ ਤੁਸੀਂ ਡਾਕੂਮੈਂਟ ਜਦੋਂ ਸਕੈਨ ਕਰਨੇ ਆ ਤਾਂ ਕਰੈਕਟ ਲੇਆਊਟ ਕਿਹੜਾ ਹੈ, ਡਾਕੂਮੈਂਟ ਬਿਲਕੁਲ ਸਹੀ ਹੋਣਾ ਚਾਹੀਦਾ ਜੀ ਤੁਹਾਡਾ, ਠੀਕ ਹੈ ਜੀ। ਉਸ ਤੋਂ ਅੱਗੇ ਇਹਨਾਂ ਨੇ ਕਿਹਾ ਹੈ ਕਿ ਜੀ ਸਟੈਪ ਨੰਬਰ 4 ਦੇ ਵਿੱਚ ਇਹਨਾਂ ਨੇ ਪੇਮੈਂਟ ਦੱਸੀ ਹੋਈ ਆ ਕਿ ਪੇਮੈਂਟ ਤੁਸੀਂ ਕਿਵੇਂ ਕਰਨੀ ਹੈ। ਮੋਸਟਲੀ ਪੇਮੈਂਟ ਜਿਹੜੀ ਆ ਤੁਸੀਂ ਆਪਣੇ ਡੈਬਿਟ ਕਾਰਡ ਰਾਹੀਂ ਜਾਂ ਕ੍ਰੈਡਿਟ ਕਾਰਡ ਰਾਹੀਂ ਕਰ ਸਕਦੇ ਹੋ, ਠੀਕ ਹੈ ਜੀ। ਇਹ ਨੋਰਮਲੀ ਤੁਸੀਂ ਆਪਦਾ ਦੱਸ ਸਕਦੇ ਹੋ ਕਿ ਇਸ ਕੋਰਸ ਲਈ ਆ ਅਪਲਾਈਂਗ ਫੋਰ ਕਾਹਦੇ ਲਈ ਕਰ ਰਹੇ ਹੋ, ਕਿੰਨੀ ਟਰਾਂਸਕ੍ਰਿਪਟ ਲਈ ਕਰ ਰਹੇ ਹੋ। ਡਾਕੂਮੈਂਟ ਫੀਸ 800 ਆ ਜੀ, ਪੋਸਟਲ ਫੀਸ 1500 ਅਤੇ ਟੋਟਲ ਅਮਾਊਂਟ 2300 ਹੈ। ਮੇਰੀ ਇੱਥੇ ਇੱਕ ਮੈਂ ਤੁਹਾਨੂੰ ਗੱਲ ਜ਼ਰੂਰ ਦੱਸਣਾ ਚਾਹਾਂਗੀ ਕਿ ਕਈ ਵਾਰ ਜਿਹੜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਆ, ਇਹ ਜਿਹੜੀ ਟਰਾਂਸਕ੍ਰਿਪਟ ਆ ਜੇ ਤੁਸੀਂ ਵੈਸ ਲਈ ਕਰ ਰਹੇ ਹੋ, ਜਿਵੇਂ ਤੁਸੀਂ ਐਕਸਪ੍ਰੈਸ ਐਂਟਰੀ ਵਿੱਚ ਤੁਸੀਂ ਆਪਦੀ ਫਾਈਲ ਲਗਾਉਣੀ ਹੈ ਅਤੇ ਕਈ ਵਾਰ ਇਹ ਟਰਾਂਸਕ੍ਰਿਪਟ ਤੁਹਾਡੇ ਘਰ ਭੇਜ ਦਿੰਦੀ ਆ। ਇਹਦੇ ਨਾਲ ਕੀ ਕਈ ਵਾਰ ਬੱਚੇ ਆਪਦੀ ਟਰਾਂਸਕ੍ਰਿਪਟ ਖੋਲ੍ਹ ਕੇ ਦੇਖ ਲੈਂਦੇ, ਜਦੋਂ ਕੋਈ ਵੀ ਆਪਣੇ ਘਰ ਕੋਈ ਵੀ ਕੋਰੀਅਰ ਵਗੈਰਾ ਆਉਂਦਾ ਆਪਾਂ ਖੋਲ੍ਹ ਕੇ ਦੇਖਦੇ ਹਾਂ ਨੋਰਮਲੀ, ਤਾਂ ਉਹਦੇ ਨਾਲ ਕੀ ਹੈ ਕਿ ਉਹ ਤੁਹਾਡਾ ਜਿਹੜਾ ਕਿ ਜੋ ਵੀ ਸਾਰਾ ਕੰਮ ਕੀਤਾ ਹੁੰਦਾ ਉਹਦੇ 'ਤੇ ਬਿਲਕੁਲ ਪਾਣੀ ਫਿਰ ਜਾਂਦਾ, ਕਿਉਂਕਿ ਉਹ ਕਿਸੇ ਵੀ ਕੰਮ ਦੀ ਨਹੀਂ ਰਹਿੰਦੀ ਗੀ। ਕਿਉਂਕਿ ਵੈਸ ਜਿਹੜੀ ਆ ਤੁਹਾਡੀ ਜਿਹਦੀ ਟਰਾਂਸਕ੍ਰਿਪਟ ਐਕਸੈਪਟ ਕਰਦੀ ਆ ਉਹਦੇ 'ਤੇ ਤੁਹਾਡੀ ਰਜਿਸਟਰਾਰ ਦੀ ਮੋਹਰ ਲੱਗੀ ਹੋਵੇ, ਠੀਕ ਹੈ ਜੀ, ਉਹਦੇ ਸਿਗਨੇਚਰ ਕੀਤੇ ਹੋਣ। ਉਹ ਮੋਹਰ ਉੱਥੇ ਲੱਗੀ ਹੁੰਦੀ ਹੈ ਜਦੋਂ ਸੀਲ ਬੰਦ ਕਰਦੇ ਆ। ਜਦੋਂ ਆਪਾਂ ਸੀਲ ਪੱਟ ਲੈਂਦੇ ਹਾਂ ਉਹ ਡਾਕੂਮੈਂਟ ਕੱਢਣ ਦੇ ਲਈ, ਅਤੇ ਉਹ ਮੋਹਰ ਡਿਸਟਰੋਏ ਹੋ ਜਾਂਦੀ ਹੈ, ਇਸ ਲਈ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ। ਜੇ ਤੁਹਾਡੇ ਕੋਲ ਇਨ ਕੇਸ PTU ਤੁਹਾਨੂੰ ਭੇਜ ਦਿੰਦੀ ਹੈ, ਐਪਲੀਕੈਂਟ ਨੂੰ ਭੇਜ ਦਿੰਦੀ ਹੈ ਟਰਾਂਸਕ੍ਰਿਪਟ, ਤਾਂ ਉਹ ਕੀ ਕਰੇ ਕਿ ਉਸੇ ਹੀ ਬਿਨਾਂ ਖੋਲ੍ਹੇ ਉਸੇ ਐਡਰੈਸ 'ਤੇ ਵੈਸ ਨੂੰ ਭੇਜ ਦੇ। ਪਹਿਲੀ ਗੱਲ ਤਾਂ ਉਹ ਯੂਨੀਵਰਸਿਟੀ ਨੂੰ ਹੀ ਕਹੇ ਕਿ ਰਿਕੁਐਸਟ ਕਰੇ ਕਿ ਉਹ ਸਿੱਧੀ ਵੈਸ ਨੂੰ ਅਪਲਾਈ ਕਰਨ, ਠੀਕ ਹੈ ਜੀ। ਉਹਦੇ ਲਈ ਐਕਸਟਰਾ ਚਾਰਜਸ ਹੁੰਦੇ ਆ ਜਿਹੜੇ ਬੱਚੇ ਨਹੀਂ ਦਿੰਦੇ, ਇਸ ਲਈ ਯੂਨੀਵਰਸਿਟੀ ਕੀ ਉਹਨਾਂ ਦੇ ਘਰ ਭੇਜ ਦਿੰਦੀ ਆ। ਇਹ ਗੱਲ ਦਾ ਬਿਲਕੁਲ ਧਿਆਨ ਰੱਖਣਾ ਜੀ ਜੇ ਤੁਸੀਂ ਵੈਸ ਲਈ ਅਪਲਾਈ ਕਰ ਰਹੇ ਹੋ, ਠੀਕ ਹੈ ਜੀ। ਟਰਾਂਸਕ੍ਰਿਪਟ ਵੈਸ ਨੂੰ ਭੇਜਣ ਦੇ ਲਈ ਇੱਥੇ ਆਪਦੀ ਕਾਰਡ ਡਿਟੇਲਸ ਤੁਸੀਂ ਫਿਲ ਕਰੋਗੇ ਜੀ ਸਾਰੀ। ਉਸ ਤੋਂ ਬਾਅਦ ਜੀ ਤੁਹਾਡਾ ਪ੍ਰੋਸੈਸ ਸਬਮਿਟ ਹੋ ਜਾਊਗਾ ਅਤੇ ਤੁਸੀਂ ਆਪਦਾ ਸਟੇਟਸ ਜਿਹੜਾ ਕੀ ਹੈ ਚੈੱਕ ਕਰ ਸਕਦੇ ਹੋ, ਠੀਕ ਹੈ ਜੀ। ਜੇ ਐਨੀ ਡਾਊਟ ਹੈ ਕਿਸੇ ਨੂੰ ਤਾਂ ਤੁਸੀਂ ਆਪਦੀ ਰਿਸਿਪਟ ਤੁਸੀਂ ਡਾਊਨਲੋਡ ਕਰਕੇ ਰੱਖ ਸਕਦੇ ਹੋ। ਤੁਸੀਂ ਯੂਨੀਵਰਸਿਟੀ ਜਦੋਂ ਵਿਜ਼ਿਟ ਕਰੋਗੇ ਤੁਸੀਂ ਦਿਖਾ ਸਕਦੇ ਹੋ ਜੇ ਇਨ ਕੇਸ ਕੋਈ ਵੀ ਤੁਹਾਡੇ ਕੇਸ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ, ਠੀਕ ਹੈ ਜੀ। ਇਹਦਾ ਮਹੀਨੇ ਕੁ ਦਾ ਪ੍ਰੋਸੈਸ ਹੈਗਾ, PTU ਮਹੀਨਾ ਕੁ ਲੈ ਜਾਂਦੀ ਹੈ ਤੁਹਾਡਾ ਇਹ ਕੰਮ ਕਰਨ ਦੇ ਲਈ। ਤਾਂ ਪਲੀਜ਼ ਸਾਰੇ ਧਿਆਨ ਨਾਲ ਤੁਸੀਂ ਟਰਾਂਸਕ੍ਰਿਪਟ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਵੈਸ ਲਈ ਕਰ ਰਹੇ ਹੋ ਜਾਂ ਕਿਸੇ ਵੀ ਏਜੰਸੀ ਲਈ, ਜਿਵੇਂ ਸੈਸ ਹੋ ਗਈ ਜਾਂ IQAS ਲਈ ਹੋ ਗਈ। ਜੇ ਤੁਹਾਨੂੰ ਇਹਨਾਂ ਵਿੱਚ ਕੋਈ ਡਿਫਰੈਂਸ ਨਹੀਂ ਪਤਾ ਤਾਂ ਤੁਸੀਂ ਮੇਰੀਆਂ ਅੱਗੇ ਮੈਂ ਇੱਕ ਵੀਡੀਓ ਬਣਾਈ ਹੋਈ ਹੈ, ਉਹ ਤੁਸੀਂ ਵੀਡੀਓ ਦੇਖ ਸਕਦੇ ਹੋ। ਮੈਂ ਉਸ ਵੀਡੀਓ ਦਾ ਲਿੰਕ ਵੀ ਇਸ ਡਿਸਕ੍ਰਿਪਸ਼ਨ ਵਿੱਚ ਦੇ ਦੂੰਗੀ, ਠੀਕ ਹੈ ਜੀ। ਜੇ ਤੁਹਾਨੂੰ ਫਿਰ ਵੀ ਕੋਈ ਐਨੀ ਡਾਊਟ ਹੈ ਟਰਾਂਸਕ੍ਰਿਪਟ ਬਾਰੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ। ਅਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਪਲੀਜ਼। ਥੈਂਕ ਯੂ ਸੋ ਮਚ।